एवरीवन, ਅਸੀਂ ਕਰ ਰਹੇ ਹਾਂ ਹੁਣ ਬੀਐਡ ਫਸਟ ਈਅਰ ਦਾ ਜੋ ਆਪਣਾ ਪੇਪਰ ਹੈ ਟੀਚਿੰਗ ਸਬਜੈਕਟ ਹੈ ਜੋ ਟੀਚਿੰਗ ਆਫ ਪੰਜਾਬੀ ਕਰ ਰਹੇ ਹਾਂ, ਜਿਹਦੇ ਵਿੱਚ ਆਪਣੀ ਸੈਕੰਡ ਯੂਨਿਟ ਸਟਾਰਟ ਹੋ ਚੁੱਕੀ ਹੈ। ਜਿਵੇਂ ਆਪਾਂ ਪ੍ਰੀਵੀਅਸ ਲੈਕਚਰ ਵਿੱਚ ਆਪਾਂ ਲੈਂਗੁਏਜ ਐਕਟੀਵਿਟੀਜ਼ ਦਾ ਜੋ ਟੌਪਿਕ ਸੀ ਉਹ ਸਟਾਰਟ ਕੀਤਾ ਕਿ ਜੋ ਭਾਸ਼ਾ ਸਿੱਖਣ ਵਿੱਚ ਕਿਰਿਆਵਾਂ ਨੇ, ਭਾਸ਼ਾ ਸੰਬੰਧੀ ਜੋ ਕਿਰਿਆਵਾਂ ਨੇ ਉਹ ਕਿਵੇਂ ਸਾਡੀ ਸਹਾਇਤਾ ਕਰਦੇ ਆ ਕਿਸੇ ਵੀ ਭਾਸ਼ਾ ਨੂੰ ਸਿੱਖਣ ਵਾਸਤੇ, ਕਿਸੇ ਵੀ ਭਾਸ਼ਾ ਤੇ ਆਪਣਾ ਜਿਹੜਾ ਅਧਿਕਾਰ ਹੈ ਉਹ ਪੂਰਾ ਕਰਨ ਵਾਸਤੇ। ਤਾਂ ਜਿਵੇਂ ਆਪਾਂ ਪਿੱਛੇ ਤਿੰਨ ਆਪਾਂ ਜਿਹੜੀਆਂ ਐਕਟੀਵਿਟੀਜ਼ ਕਰ ਚੁੱਕੇ ਹਾਂ, ਜਿਵੇਂ ਆਪਾਂ ਫਸਟ ਕੀਤੀ ਸੀ ਵਾਦ ਵਿਵਾਦ ਕੀਤੀ ਸੀ, ਫਿਰ ਆਪਾਂ ਕਵਿਤਾ ਪਾਠ ਉਚਾਰਨ ਕੀਤੀ ਸੀ, ਫਿਰ ਆਪਾਂ ਕਵੀ ਸੰਮੇਲਨ ਤੇ ਕਵੀ ਦਰਬਾਰ ਦੀ ਗੱਲ ਕੀਤੀ ਸੀ। ਹੁਣ ਆਪਾਂ ਗੱਲ ਕਰਦੇ ਹਾਂ ਕਹਾਣੀ ਸੁਣਾਉਣ ਦੀ। ਹੁਣ ਆਪਾਂ ਗੱਲ ਕਰਾਂਗੇ ਸਟੋਰੀ ਟੈਲਿੰਗ ਮੈਥਡ ਦੀ, ਮਤਲਬ ਕਹਾਣੀ ਸੁਣਾਉਣਾ। ਕਹਾਣੀ ਸੁਣਾਉਣਾ ਵੀ ਇੱਕ ਕਲਾ ਹੁੰਦੀ ਆ ਜਿਹਦੇ ਜ਼ਰੀਏ ਆਪਾਂ ਕੀ ਕਰ ਸਕਦੇ ਹਾਂ, ਭਾਸ਼ਾ ਤੇ ਆਪਣੀ ਜਿਹੜੀ ਪਕੜ ਹੈ ਉਹ ਬਣਾ ਸਕਦੇ ਹਾਂ, ਜਿਹੜੀ ਵੋਕੈਬਲਰੀ ਹੈ ਉਹ ਵੱਧ ਤੋਂ ਵੱਧ ਆਪਾਂ ਸਿੱਖ ਸਕਦੇ ਹਾਂ। ਤਾਂ ਇਹ ਕੀ ਆ, ਇਹਨੂੰ ਆਪਾਂ ਇੱਕ ਬੜੀ ਵਧੀਆ ਐਕਟੀਵਿਟੀ ਕਹਿ ਸਕਦੇ ਹਾਂ, ਕਿਉਂਕਿ ਕਹਾਣੀ ਸੁਣਾਉਣਾ ਬੱਚਿਆਂ ਨੂੰ ਵਧੀਆ ਵੀ ਲੱਗਦਾ, ਕਹਾਣੀ ਸੁਣਨਾ ਤੇ ਸੁਣਾਉਣਾ। ਤੇ ਇਸ ਕਰਕੇ ਕੀ ਆ, ਬੱਚੇ ਨਾ ਪੂਰਾ ਇੱਕ ਰੋਚਕ ਤਰੀਕੇ ਨਾਲ ਜਿਹੜਾ ਇਹ ਕਹਾਣੀ ਸਟੋਰੀ ਟੈਲਿੰਗ ਮੈਥਡ ਆ ਬੜੇ ਹੀ ਮਨੋਰੰਜਨ ਦੇ ਤਰੀਕੇ ਨਾਲ ਉਹ ਕਰਦੇ ਨੇ, ਕਹਾਣੀ ਸੁਣਦੇ ਨੇ ਜਾਂ ਫਿਰ ਕਹਾਣੀ ਸੁਣਾਉਂਦੇ ਨੇ। ਕਿਉਂਕਿ ਕਹਾਣੀ ਸੁਣਨਾ ਇਹ ਨਾ ਇੱਕ ਬੱਚਿਆਂ ਦੀ ਜਮਾਂਦਰੂ ਪ੍ਰਵਿਰਤੀ ਹੁੰਦੀ ਹੈ। ਬੱਚੇ ਹਮੇਸ਼ਾ ਆਪਣੇ ਵੱਡੇ ਵਡੇਰਿਆਂ ਕੋਲੋਂ ਨਾ ਕਹਾਣੀ ਸੁਣਨ ਦੀ ਕੋਸ਼ਿਸ਼ ਕਰਦੇ ਆ ਤੇ ਕਹਾਣੀ ਸੁਣਨ ਵਿੱਚ ਉਹਨਾਂ ਨੂੰ ਜੋ ਆਨੰਦ ਆਉਂਦਾ ਗਾ ਉਹ ਸ਼ਾਇਦ ਹੋਰ ਪੜ੍ਹ ਕੇ ਨਹੀਂ, ਕੋਈ ਹੋਰ ਆਪਾਂ ਕਹਿ ਦਈਏ ਕਿ ਕਹਾਣੀ ਜਿਵੇਂ ਕਵਿਤਾ ਜਾਂ ਫਿਰ ਕੋਈ ਰਸਾਲਾ, ਇਹ ਚੀਜ਼ਾਂ ਪੜ੍ਹ ਕੇ ਉਹਨਾਂ ਆਨੰਦ ਨਹੀਂ ਆਉਂਦਾ ਜਿੰਨਾ ਕਿ ਬੱਚਿਆਂ ਨੂੰ ਆਪਣੇ ਪੇਰੈਂਟਸ ਕੋਲੋਂ ਜਾਂ ਫਿਰ ਆਪਣੇ ਦਾਦਾ ਦਾਦੀ ਕੋਲੋਂ ਜੋ ਵੀ ਕਹਾਣੀ ਸੁਣ ਕੇ ਆਉਂਦਾ ਗਾ। ਤਾਂ ਕਹਾਣੀ ਸੁਣਨਾ ਸਿਰਫ ਇੱਕ ਮਨੋਰੰਜਨ ਵਾਸਤੇ ਹੀ ਨਹੀਂ ਕਹਿ ਸਕਦੇ ਆਪਾਂ ਕਿ ਮਨੋਰੰਜਨ ਵਾਸਤੇ ਕਹਾਣੀ ਆ। ਮਨੋਰੰਜਨ ਦੇ ਨਾਲ ਨਾਲ ਜਿਹੜੀ ਕਹਾਣੀ ਆ, ਕਹਾਣੀ ਸੁਣ ਕੇ ਕੀ ਆ, ਬੱਚਾ ਨਾ ਆਪਣੀ ਭਾਸ਼ਾ ਉੱਪਰ ਕੀ ਪਕੜ ਬਣਾ ਸਕਦਾ ਗਾ, ਉਹਨੂੰ ਭਾਸ਼ਾ ਦਾ ਜਿਹੜਾ ਗਿਆਨ ਆ ਉਹ ਹੋ ਸਕਦਾ ਗਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਸਕੂਲ ਲੈਵਲ ਤੇ ਕਿ ਜਿਵੇਂ ਆਪਾਂ ਪੜ੍ਹਾਈ ਵਿੱਚ ਜਿਹੜੀ ਆਪਣਾ ਕਹਾਣੀ ਸੁਣਾਉਣਾ ਗਾ, ਕਹਾਣੀ ਸੁਣਾਉਣ ਦੀ ਜੋ ਗੱਲ ਹੈ ਉਹ ਕਿਵੇਂ ਇੱਕ ਆਪਦਾ ਜਿਹੜਾ ਯੋਗਦਾਨ ਪਾਉਂਦੀ ਆ ਭਾਸ਼ਾ ਸਿੱਖਣ ਵਾਸਤੇ। ਕਿ ਕਹਾਣੀ ਸੁਣਾਉਣ ਜਾਂ ਫਿਰ ਕਹਾਣੀ ਕਹਿਣਾ ਵੀ ਇੱਕ ਕਲਾ ਹੈ। ਹਰ ਕੋਈ ਪਰਸਨ ਇਹਦੇ ਵਿੱਚ ਪਰਫੈਕਟ ਨਹੀਂ ਹੋ ਸਕਦਾ ਕਿ ਇਹਨੂੰ ਇੱਕ ਵਧੀਆ ਤਰੀਕੇ ਨਾਲ ਕਹਾਣੀ ਸੁਣਾਉਣ ਵਾਸਤੇ ਇੱਕ ਪ੍ਰੈਕਟਿਸ ਦੀ ਜ਼ਰੂਰਤ ਪੈਂਦੀ ਹੈ, ਇੱਕ ਅਭਿਆਸ ਦੀ ਜ਼ਰੂਰਤ ਪੈਂਦੀ ਆ। ਕਿਉਂਕਿ ਜਦੋਂ ਵੀ ਕਿਸੇ ਟੌਪਿਕ, ਕਿਸੇ ਵਿਸ਼ੇ ਵਸਤੂ ਤੇ ਇੱਕ ਕਹਾਣੀ ਚੱਲ ਰਹੀ ਹੁੰਦੀ ਆ ਤਾਂ ਉੱਥੇ ਜਿਹੜੇ ਆਪਣੇ ਵਿਚਾਰ ਨੇ ਉਹ ਕੀ ਸਟੈਪ ਬਾਏ ਸਟੈਪ ਜਿਹੜੇ ਆਉਂਦੇ ਨੇ, ਕਿਉਂਕਿ ਕਹਾਣੀ ਦਾ ਵੀ ਆਪਣਾ ਇੱਕ ਜਿਹੜਾ ਪੈਟਰਨ ਹੁੰਦਾ ਗਾ। ਆਪਾਂ ਕਹਿ ਦਈਏ ਕਿ ਕਹਾਣੀ ਇਹ ਨਹੀਂ ਹੈਗਾ ਕਿ ਇੱਥੋਂ ਵਿਚਾਰ ਚੱਕ ਕੇ ਜੋੜ ਤੋਂ ਕਹਾਣੀ ਬਣ ਗਈ, ਫਿਰ ਇੱਧਰੋਂ ਵਿਚਾਰ ਚੱਕ ਕੇ ਉਹ ਵਿੱਚ ਜੋੜ ਤੇ ਕਹਾਣੀ ਬਣ ਗਈ। ਕਹਾਣੀ ਦਾ ਕੀ ਹੈ, ਕਹਾਣੀ ਇੱਕ ਲੜੀਵਾਰ ਇਹਦੇ ਵਿੱਚ ਵਿਚਾਰ ਚੱਲਦੇ ਨੇ। ਆਪਾਂ ਇਹਨੂੰ ਸਟੈਪ ਬਾਏ ਸਟੈਪ ਕਹਿ ਸਕਦੇ, ਜਿਵੇਂ ਕਿ ਆਪਾਂ ਪੌੜੀਆਂ ਚੜ੍ਹ ਰਹੇ ਹਾਂ ਤਾਂ ਉਸੇ ਤਰੀਕੇ ਨਾਲ ਜਿਹੜੀ ਹੈ ਇਹ ਕਹਾਣੀ ਦੀ ਸ਼ੁਰੂਆਤ ਹੁੰਦੀ ਆ, ਕਹਾਣੀ ਦਾ ਜਿਹੜਾ ਮਿਡਲ ਪਾਰਟ ਹੁੰਦਾ ਉਹ ਹੁੰਦਾ ਤੇ ਫਿਰ ਇੱਕ ਤਰੀਕੇ ਨਾਲ ਜਿਹੜਾ ਕਹਾਣੀ ਦਾ ਉਹ ਐਂਡ ਹੁੰਦਾ ਗਾ। ਤਾਂ ਇਸ ਕਰਕੇ ਕੀ ਆ, ਹਰ ਇੱਕ ਜਿਹੜਾ ਪਰਸਨ ਆ ਉਹ ਕਹਾਣੀ ਸੁਣਾਉਣ ਲਈ ਜਾਂ ਕਹਾਣੀ ਲਿਖਣ ਲਈ ਪਰਫੈਕਟ ਨਹੀਂ ਹੁੰਦਾ। ਹੌਲੀ ਹੌਲੀ ਅਭਿਆਸ ਕਰ ਕਰਕੇ ਕੀ ਆ ਨਾ, ਇਸ ਚੀਜ਼ ਦੀ ਜਿਹੜੀ ਜਾਣਕਾਰੀ ਉਹ ਮਿਲ ਜਾਂਦੀ ਆ। ਜਦੋਂ ਆਪਾਂ ਅਭਿਆਸ ਕਰਦੇ ਆ, ਕਹਾਣੀ ਸੁਣਾਉਣੇ ਆ ਜਾਂ ਕਹਾਣੀ ਲਿਖਦੇ ਆ ਤਾਂ ਅਭਿਆਸ ਕਰਨ ਨਾਲ ਕੀ ਹੁੰਦਾ ਗਾ, ਸਾਡੀ ਇੱਕ ਜਿਹੜੀ ਭਾਸ਼ਾ ਦੀ ਸ਼ੁੱਧਤਾ ਉਹ ਬਣੀ ਰਹਿੰਦੀ ਆ। ਦੂਸਰੀ ਗੱਲ, ਆਪਾਂ ਨੂੰ ਭਾਸ਼ਾ ਦੀ ਜਿਹੜੀ ਸ਼ਬਦਾਵਲੀ ਆ ਉਹ ਸਾਨੂੰ ਕੀ ਆ ਮਿਲਦੀ ਰਹਿੰਦੀ ਆ। ਤਾਂ ਇਸ ਕੌਸ਼ਲ ਵਿੱਚ ਜਦੋਂ ਬੰਦੇ ਨੂੰ ਪਰਫੈਕਸ਼ਨ ਹਾਸਿਲ ਹੋ ਜਾਂਦੀ ਹੈ, ਜਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਗਾ ਇਹ ਕਹਾਣੀ ਸੁਣਾਉਣ ਦੇ ਕੌਸ਼ਲ ਵਿੱਚ ਜਦੋਂ ਬੰਦਾ ਨਿਪੁੰਨ ਹੋ ਜਾਂਦਾ ਗਾ ਤਾਂ ਉਹ ਸਰੋਤਿਆਂ ਨੂੰ ਕੀਲਣ ਦਾ ਕੰਮ ਕਰ ਲੈਂਦਾ। ਕਿ ਜਦੋਂ ਇੱਕ ਲੈਵਲ ਤਰੀਕੇ ਨਾਲ ਜਿਹੜੀ ਕਹਾਣੀ ਸੁਣਾਈ ਜਾ ਰਹੀ ਹੁੰਦੀ ਆ ਤਾਂ ਉੱਥੇ ਸੁਣਨ ਵਾਲੇ ਕੀ ਆ, ਸੁਣਨ ਵਾਲੇ ਲਈ ਉਹ ਇੱਕ ਖਿੱਚ ਦਾ ਕੇਂਦਰ ਬਣ ਜਾਂਦੀ ਹੈ। ਤਾਂ ਉਹਨਾਂ ਦਾ ਕਹਾਣੀ ਸੁਣਨ ਵਿੱਚ ਇੰਟਰਸਟ ਪੈਦਾ ਹੋ ਜਾਂਦਾ ਗਾ। ਉਹਨਾਂ ਨੂੰ ਲੱਗਦਾ ਰਹਿੰਦਾ ਕਿ ਇਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਹੋਊਗਾ, ਇਸ ਤੋਂ ਬਾਅਦ ਸੁਣਦੇ ਆ ਕੀ ਹੋਊਗਾ। ਤਾਂ ਇਸ ਕਰਕੇ ਜਦੋਂ ਕਹਾਣੀ ਇੱਕ ਵਧੀਆ ਤਰੀਕੇ ਨਾਲ ਸੁਣਾਈ ਜਾ ਰਹੀ ਹੁੰਦੀ ਆ ਤਾਂ ਉਦੋਂ ਸਾਰੇ ਜਿਹੜੇ ਸੁਣਨ ਵਾਲੇ ਹੁੰਦੇ ਨੇ ਉਹ ਬੜੇ ਇੰਟਰਸਟ ਨਾਲ ਉਹ ਸੁਣਦੇ ਨੇ, ਕਿਉਂਕਿ ਉਹਨਾਂ ਨੂੰ ਇੱਕ ਜਿਹੜੇ ਵਿਚਾਰ ਦੇ ਜਿਹੜਾ ਵਿਸ਼ਾ ਵਸਤੂ ਹੈ ਇੱਕ ਪੂਰਨ ਜਿਹੜਾ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੁੰਦਾ ਜਾਂ ਉਹਨਾਂ ਦਾ ਸੁਣਾਇਆ ਜਾ ਰਿਹਾ ਹੁੰਦਾ ਗਾ। ਤੇ ਇਹਦੇ ਵਿੱਚ ਕੀ ਆ, ਜਦੋਂ ਕਹਾਣੀ ਸੁਣਾਉਂਦੇ ਆ ਤਾਂ ਉਹਦੇ ਵਿੱਚ ਕੀ ਆ, ਜਿਹੜੇ ਆਪਣੇ ਸਰੀਰ ਦੇ ਹਾਵ ਭਾਵ ਨੇ ਉਹ ਵੀ ਬਹੁਤ ਜ਼ਿਆਦਾ ਮਾਇਨੇ ਰੱਖਦੇ ਨੇ। ਤਾਂ ਹਰ ਇੱਕ ਵਿਚਾਰ ਨੂੰ, ਹਰ ਇੱਕ
ਜਿਹੜਾ ਆਪਣਾ ਪੁਆਇੰਟ ਹੁੰਦਾ ਕਿਸੇ ਟੌਪਿਕ ਦਾ, ਤਾਂ ਉਹਨੂੰ ਆਪਾਂ ਆਪਦੇ ਸਰੀਰਿਕ ਜਿਹੜੀਆਂ ਕਿਰਿਆਵਾਂ ਨੇ, ਆਪਣੇ ਫੇਸ ਦੇ ਹਾਵ ਭਾਵ ਨੇ ਜਿਹੜੇ, ਉਹਦੇ ਉਤਾਰ ਚੜਾਅ ਨਾਲ, ਆਵਾਜ਼ ਦੇ ਨਾਲ ਤੇ ਆਪਣੇ ਜਿਹੜੇ ਅੰਗ ਸੰਚਾਲਨ ਨਾਲ ਉਹਨੂੰ ਹੋਰ ਵੀ ਵਧੀਆ ਤਰੀਕੇ ਨਾਲ ਇੱਕ ਜਿਹੜੀ ਕਹਾਣੀ ਉਹ ਪ੍ਰਸਤੁਤ ਜਿਹੜੀ ਕੀਤੀ ਜਾ ਸਕਦੀ ਹੈ। ਤੇ ਉਹਦੇ ਵਿੱਚ ਪਰਸਨ ਦੀ ਜਿਹੜੀ ਆਵਾਜ਼ ਆ, ਉਹਦੀ ਆਵਾਜ਼ 'ਚ ਜਿਹੜਾ ਮਿਠਾਸ ਹੁੰਦਾ, ਜਦੋਂ ਇੱਕ ਮਿੱਠੀ ਆਵਾਜ਼ ਨਾਲ ਕਹਾਣੀ ਸੁਣਾਈ ਜਾਂਦੀ ਹੈ ਤਾਂ ਉਹ ਕੀ ਆ ਕਿ ਉਹਦਾ ਕਹਾਣੀ ਦਾ ਜਿਹੜਾ ਸਰੋਤਿਆਂ ਦੇ ਉਸ ਕਹਾਣੀ ਸੁਣਾਉਣ ਵਾਲੇ ਦਾ ਤੇ ਉਸ ਕਹਾਣੀ ਦਾ ਜਿਹੜਾ ਜਾਦੂ ਆ ਉਹ ਸਿਰ ਚੜ ਕੇ ਬੋਲਣ ਲੱਗ ਜਾਂਦਾ ਗਾ। ਤੇ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਕਹਾਣੀ ਨੂੰ ਜਿਹੜਾ ਇੱਕ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਸਤੁਤ ਕਰਨ ਵਾਸਤੇ ਕਹਾਣੀ ਦੀਆਂ ਘਟਨਾਵਾਂ ਨੂੰ, ਖਾਸ ਕਰਕੇ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਹਾਵ ਭਾਵ ਦੇ ਰਾਹੀਂ ਹੀ ਬੱਚਿਆਂ ਤੱਕ ਜਿਹੜਾ ਪਹੁੰਚਾਇਆ ਜਾਵੇ, ਵਿਦਿਆਰਥੀਆਂ ਤੱਕ ਜਿਹੜਾ ਪਹੁੰਚਾਇਆ ਜਾਵੇ, ਤਾਂ ਕਿ ਜਦੋਂ ਆਪਾਂ ਬੱਚਿਆਂ ਨੂੰ ਜੋ ਚੀਜ਼ ਐਕਚੁਅਲ 'ਚ ਸਮਝਾਉਣਾ ਚਾਹੁੰਦੇ ਹਾਂ ਤਾਂ ਉਹਨੂੰ ਪ੍ਰੋਪਰ ਤਰੀਕੇ ਨਾਲ ਜਿਹੜੀ ਉਹ ਸਮਝ ਵਿੱਚ ਆ ਸਕੇ। ਤੇ ਜੇਕਰ ਆਪਾਂ ਗੱਲ ਕਰੀਏ ਕਿ ਇੱਕ ਚੰਗੀ ਕਹਾਣੀ ਆਪਾਂ ਕਿਵੇਂ ਸੁਣਾ ਸਕਦੇ ਹਾਂ ਜਾਂ ਕਿਵੇਂ ਲਿਖ ਸਕਦੇ ਹਾਂ, ਤਾਂ ਇੱਕ ਚੰਗੀ ਕਹਾਣੀ ਲਈ ਧਿਆਨਯੋਗ ਕੁਝ ਗੱਲਾਂ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸਾਨੂੰ ਜ਼ਰੂਰੀ ਹੈ? ਕਹਾਣੀ ਲਈ ਧਿਆਨ ਰੱਖਣ ਯੋਗ ਗੱਲਾਂ। ਜਦੋਂ ਆਪਾਂ ਬੱਚੇ ਨੂੰ ਕਹਾਣੀ ਸੁਣਾਉਣੀ ਆ ਤਾਂ ਉਹਦੇ ਵਿੱਚ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਗਾ। ਤਾਂ ਧਿਆਨ ਰੱਖਣ ਜੋ ਕਿਹੜੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਕਹਾਣੀ ਸੁਣਾਉਂਦੇ ਸਮੇਂ, ਇਹ ਐਕਟੀਵਿਟੀ ਕਰਦੇ ਸਮੇਂ ਜਿਹੜੀਆਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ? ਸਭ ਤੋਂ ਪਹਿਲਾਂ ਤਾਂ ਕੀ ਆ, ਕਹਾਣੀ ਦੀ ਚੋਣ ਹੈ ਜਿਹੜੀ ਉਹ ਵਧੀਆ ਹੋਣੀ ਚਾਹੀਦੀ ਹੈ, ਉਹ ਦਿਲਚਸਪ ਹੋਣੀ ਚਾਹੀਦੀ ਹੈ, ਧਿਆਨ ਖਿੱਚਣ ਵਾਲੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਸਾਨੂੰ ਜਿਹੜੀ ਗੱਲ ਜ਼ਿਆਦਾ ਮਾਇਨੇ ਰੱਖਦੀ ਹੈ ਉਹ ਕੀ ਹੈ? ਕਹਾਣੀ ਦੀ ਚੋਣ। ਕਹਾਣੀ ਦੀ ਚੋਣ ਕਿਵੇਂ ਹੋਣੀ ਚਾਹੀਦੀ ਹੈ? ਕਹਾਣੀ ਦੀ ਚੋਣ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਉਹਦਾ ਜਿਹੜਾ ਵਿਸ਼ਾ ਵਸਤੂ ਉਹ ਰੋਚਕ ਹੋਣਾ ਚਾਹੀਦਾ, ਬੱਚਿਆਂ ਦੀ ਜਿਹੜੀ ਰੁਚੀ ਉਹ ਪੈਦਾ ਹੋਣੀ ਚਾਹੀਦੀ ਹੈ, ਤੇ ਬੱਚਿਆਂ ਦੀ ਜਿਹੜੀ ਉਮਰ ਹੈ, ਉਮਰ ਦੇ ਹਿਸਾਬ ਨਾਲ ਜਿਹੜੀ ਕਹਾਣੀ ਉਹ ਸੁਣਾਉਣੀ ਚਾਹੀਦੀ ਹੈ। ਬੱਚਿਆਂ ਦੇ ਮਾਨਸਿਕ ਪੱਧਰ ਦਾ ਜਿਹੜਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ, ਬੱਚਿਆਂ ਦੇ ਮਾਨਸਿਕ ਪੱਧਰ ਦੇ ਅਨੁਕੂਲ ਹੋਣੀ ਚਾਹੀਦੀ ਹੈ। ਕਹਾਣੀ ਸੁਣਾਉਂਦੇ ਸਮੇਂ ਅਸੀਂ ਜਦੋਂ ਭਾਸ਼ਾ ਯੂਜ਼ ਕਰਦੇ ਹਾਂ ਤਾਂ ਭਾਸ਼ਾ ਸਰਲ ਤੇ ਜਿਹੜੀ ਸੌਖੀ ਹੋਣੀ ਚਾਹੀਦੀ ਹੈ, ਬੱਚਿਆਂ ਦੀ ਸਮਝ ਵਿੱਚ ਆਉਣੀ ਚਾਹੀਦੀ ਹੈ, ਉਹਨਾਂ ਦੇ ਮਾਨਸਿਕ ਪੱਧਰ ਦੇ ਅਨੁਸਾਰ। ਦੂਸਰੀ ਗੱਲ, ਜੋ ਵੀ ਆਪਾਂ ਕਹਾਣੀ ਸੁਣਾ ਰਹੇ ਹਾਂ ਉਹਦੇ ਵਿਚਲੀਆਂ ਜਿਹੜੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਉਹ ਸਿੱਧੇ ਤੌਰ ਤੇ ਕਰਨਾ ਚਾਹੀਦਾ, ਕਿਸੇ ਵੀ ਗੱਲ ਨੂੰ ਘੁਮਾ ਫਿਰਾ ਕੇ ਨਹੀਂ ਕਹਿਣਾ ਚਾਹੀਦਾ, ਸਿੱਧੇ ਤੌਰ ਤੇ ਸਾਨੂੰ ਬੱਚੇ ਨੂੰ ਸਮਝਾਉਣਾ ਚਾਹੀਦਾ ਉਹ ਗੱਲਾਂ। ਤੇ ਅੱਗੇ ਆਪਾਂ ਜੇ ਗੱਲ ਕਰੀਏ, ਜਿਹੜਾ ਘਟਨਾ ਜ਼ਿਕਰ ਹੁੰਦਾ, ਘਟਨਾਵਾਂ ਦਾ ਜਿਹੜਾ ਜ਼ਿਕਰ ਆ ਉਹ ਕਰਮਬੱਧ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਵੀ ਆਪਾਂ ਜਿਸ ਵੀ ਰਿਲੇਟਿਡ ਆਪਾਂ ਕਹਾਣੀ ਸੁਣਾ ਰਹੇ ਹਾਂ ਤਾਂ ਜਿਹੜੀਆਂ ਉਹ ਘਟਨਾਵਾਂ ਨੇ ਤਾਂ ਘਟਨਾਵਾਂ ਦਾ ਜ਼ਿਕਰ ਕਰਮਬੱਧ ਹੋਣਾ ਚਾਹੀਦਾ ਹੈ। ਕਰਮਬੱਧ ਹੋਣਾ ਚਾਹੀਦਾ। ਹੁਣ ਜਦੋਂ ਆਪਾਂ ਕਹਾਣੀ ਸੁਣਾ ਰਹੇ ਹਾਂ ਕਿਸੇ ਘਟਨਾ ਨੂੰ ਲੈ ਕੇ, ਤਾਂ ਆਪਾਂ ਨੂੰ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਕਿ ਆਪਾਂ ਸਟੈਪ ਬਾਏ ਸਟੈਪ ਚੱਲਣਾ, ਕਿ ਆਪਣੇ ਜਿਹੜੇ ਵਿਚਾਰ ਆ ਉਹ ਕੰਟੀਨਿਊਟੀ ਚੱਲਣੇ ਚਾਹੀਦੇ ਨੇ। ਇਹ ਨਹੀਂਗਾ ਕਿ ਇੱਕ ਵਿਚਾਰ ਆਪਾਂ ਇੱਧਰੋਂ ਫੜ ਲਿਆ, ਇੱਕ ਘਟਨਾਵਾਂ ਆਪਾਂ ਇੱਧਰੋਂ ਲੈ ਲਈ, ਇੱਕ ਆਪਾਂ ਇੱਧਰੋਂ ਲੈ ਲਈ ਤਾਂ ਸਾਰੀਆਂ ਨੂੰ ਜੋੜ ਕੇ ਕਰਤਾ। ਸਾਨੂੰ ਕਹਾਣੀ ਦੀ ਸ਼ੁਰੂਆਤ ਕਿਵੇਂ ਕਰਨੀ, ਹਾਂ ਕਹਾਣੀ ਦਾ ਜਿਹੜਾ ਮੱਧਮ ਵਾਲਾ ਭਾਗ ਆ ਉੱਥੇ ਆਪਾਂ ਕੀ ਕਹਿਣਾ, ਔਰ ਜਿਹੜਾ ਕਹਾਣੀ ਦਾ ਐਂਡ ਕਰਨਾ ਉਹ ਕਿਵੇਂ ਕਰਨਾ ਗਾ, ਆਪਾਂ ਨੂੰ ਆਉਣਾ ਚਾਹੀਦਾ ਗਾ, ਜਿਸ ਨਾਲ ਕਿ ਬੱਚੇ ਉਹਨੂੰ ਆਰਾਮ ਨਾਲ ਔਰ ਪੂਰੇ ਰੁਚੀ ਨਾਲ ਉਹਨੂੰ ਸੁਣ ਸਕਣ। ਤਾਂ ਇਸ ਕਰਕੇ ਜਿਹੜਾ ਘਟਨਾਵਾਂ ਦਾ ਜ਼ਿਕਰ ਆ ਉਹ ਇੱਕ ਲੜੀਵਾਰ ਹੋਣਾ ਚਾਹੀਦਾ ਗਾ। ਜੇ ਆਪਾਂ ਅੱਗੇ ਗੱਲ ਕਰੀਏ, ਜਿਹੜਾ ਕਹਾਣੀ ਦਾ ਸੰਵਾਦ ਆ ਉਹ ਪਾਤਰਾਂ ਦੇ ਅਨੁਸਾਰ ਹੋਣਾ ਚਾਹੀਦਾ ਗਾ। ਕਹਾਣੀ ਆਪਾਂ ਸੁਣਾ ਰਹੇ ਹਾਂ, ਜਿਸ ਪਾਤਰ ਦੀ ਆਪਾਂ ਗੱਲ ਕਰ ਰਹੇ ਹਾਂ, ਅਗਰ ਆਪਾਂ ਕਿਸੇ ਜਿਵੇਂ ਛੋਟੇ ਬੱਚੇ ਹੁੰਦੇ ਨੇ ਹਨਾ, ਉਹਨਾਂ ਨੂੰ ਜ਼ਿਆਦਾਤਰ ਰਾਜਾ ਦੀ ਕਹਾਣੀ ਸੁਣਨੀ ਪਸੰਦ ਹੁੰਦੀ ਆ। ਅਗਰ ਆਪਾਂ ਆਪਾਂ ਰਾਜਾ ਕਹਿ ਕੇ ਕਿਸੇ ਰਾਜੇ ਦੀ ਕਹਾਣੀ ਸੁਣਾ ਰਹੇ ਹਾਂ ਤਾਂ ਉਹਦੇ ਵਿੱਚ ਜਿਹੜਾ ਆਪਾਂ ਸੰਵਾਦ ਕਰ ਰਹੇ ਹਾਂ, ਜਿਹੜੇ ਆਪਾਂ ਵਿਚਾਰ ਦੱਸ ਰਹੇ ਹਾਂ ਉਹ ਕੀ ਆ, ਉਹ ਉਸੇ ਹੀ ਤਰੀਕੇ ਦੇ ਜਿਹੜੇ ਉਹ ਹੋਣੇ ਚਾਹੀਦੇ ਨੇ। ਤਾਂ ਜਿਹੜਾ ਕਹਾਣੀ ਸੰਵਾਦ ਆ ਉਹ ਪਾਤਰਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਕਹਾਣੀ ਸੰਵਾਦ ਪਾਤਰਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ।
ਜਿਹਦੇ ਕਰਕੇ ਕਿ ਕਹਾਣੀ ਇੱਕ ਐਕਚੁਅਲ ਲੱਗੇ, ਉਹ ਇੱਕ ਫੇਕ ਦੀ ਚੀਜ਼ ਨਾ ਲੱਗੇ। ਜਿਵੇਂ ਜਿਵੇਂ ਕਹਾਣੀ ਸੁਣਾਉਂਦੇ ਜਾਈਏ ਤਾਂ ਬੱਚੇ ਕੀ ਆ, ਇੱਕ ਉਹਦੀ ਨਾ ਆਪਣੇ ਦਿਮਾਗ ਅੰਦਰ ਇੱਕ ਇਹਦੀ ਪਿਕਚਰ ਕ੍ਰੀਏਟ ਕਰ ਸਕਣ। ਜਦੋਂ ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਆ, ਇਹੋ ਜਿਹੀ ਇੱਕ ਫੇਕ ਜਿਹੇ ਉਹਦੇ ਵਿੱਚ ਘਟਨਾਵਾਂ ਦਾ ਜ਼ਿਕਰ ਕਰਨ ਲੱਗ ਜਾਂਦੇ ਆ ਕਿ ਜਿਹੜਾ ਆਪਾਂ ਨੂੰ ਸੁਣ ਕੇ ਲੱਗਦਾ ਕਿ ਇਹ ਕਦੇ ਸੱਚ ਨਹੀਂ ਹੋ ਸਕਦਾ, ਤੇ ਉਦੋਂ ਕੀ ਹੁੰਦਾ ਗਾ, ਉਹ ਜਿਹੜਾ ਕਹਾਣੀ ਦਾ ਸੰਵਾਦ ਤੇ ਪਾਤਰ ਉਹ ਆਪਸ 'ਚ ਮੈਚ ਨਹੀਂ ਕਰਦੇ, ਉਦੋਂ ਸਾਨੂੰ ਇੱਕੋ ਫੇਕ ਦੀ ਚੀਜ਼ ਲੱਗਦੀ ਆ। ਇਸ ਕਰਕੇ ਕਹਾਣੀ ਸੁਣਾਉਂਦੇ ਸਮੇਂ ਕਹਾਣੀ ਦਾ ਜੋ ਸੰਵਾਦ ਆ ਉਹ ਪਾਤਰਾਂ ਦੇ ਅਨੁਸਾਰ ਹੋਣਾ ਚਾਹੀਦਾ ਗਾ। ਤੇ ਕਹਾਣੀ ਦੀ ਭਾਸ਼ਾ, ਕਹਾਣੀ ਜਿਹੜੇ ਸ਼ਬਦ ਆਪਾਂ ਯੂਜ਼ ਕਰਦੇ ਹਾਂ ਉਹ ਬੱਚਿਆਂ ਦੀ ਸਮਝ ਵਿੱਚ ਆਉਣੇ ਚਾਹੀਦੇ ਨੇ। ਤੇ ਕਹਾਣੀ ਸੁਣਾਉਂਦੇ ਸਮੇਂ ਸਾਨੂੰ ਜਿਹੜਾ ਆਵਾਜ਼ ਦਾ ਉਤਾਰ ਚੜਾਅ ਗਾ ਉਹਦਾ ਬਹੁਤ ਹੀ ਜ਼ਿਆਦਾ ਜਿਹੜਾ ਧਿਆਨ ਵਿੱਚ ਰੱਖਣਾ ਚਾਹੀਦਾ ਗਾ। ਆਵਾਜ਼ ਦਾ ਉਤਾਰ ਚੜਾਅ, ਆਵਾਜ਼ ਦਾ ਉਤਾਰ ਚੜਾਅ ਧਿਆਨ ਵਿੱਚ ਰੱਖਣ ਦਾ ਕੀ ਕਾਰਨ ਹੈ? ਕਿਉਂਕਿ ਕੁਛ ਇੱਕ ਗੱਲਾਂ ਅਗਰ ਆਪਾਂ ਲਿਖਤੀ ਰੂਪ ਵਿੱਚ ਕਰਦੇ ਹਾਂ ਤਾਂ ਉਹ ਕੀ ਆ, ਉਹਨੂੰ ਆਪਾਂ ਅੰਡਰਲਾਈਨ ਕਰ ਦਿੰਦੇ ਆ, ਜਾਂ ਫਿਰ ਜ਼ਿਆਦਾ ਗੂੜੇ ਅੱਖਰਾਂ 'ਚ ਲਿਖੀਆਂ ਜਾਂਦੀਆਂ ਨੇ, ਜਾਂ ਫਿਰ ਉੱਥੇ ਆ ਕੇ ਆਪਾਂ ਕੀ ਕਰਦੇ ਆ, ਜਿਹੜਾ ਪੈਨ ਆ ਉਹ ਚੇਂਜ ਕਰ ਲੈਂਦੇ ਆ, ਬਲੂ ਨਾਲ ਲਿਖਦੇ ਲਿਖਦੇ ਉਹਨੂੰ ਰੈੱਡ ਨਾਲ ਲਿਖ ਦਿੰਦੇ ਆ ਹਾਈਲਾਈਟ ਕਰਨ ਵਾਸਤੇ। ਪਰ ਜਦੋਂ ਅਸੀਂ ਕਦੇ ਬੋਲਦੇ ਆਪਾਂ ਇੱਕ ਨਾਰਮਲ ਤੋਂ ਹਟ ਕੇ ਕੁਝ ਚੀਜ਼ ਦੱਸਣੀ ਹੁੰਦੀ ਆ ਤਾਂ ਉਹਦਾ ਸਹਾਰਾ ਆਪਾਂ ਆਵਾਜ਼ ਦੇ ਜਿਹੜੇ ਉਤਾਰ ਚੜਾਅ ਨਾਲ ਲੈਂਦੇ ਆ। ਇਸ ਕਰਕੇ ਕਹਾਣੀ ਵਿੱਚ ਵੀ ਕਈ ਹੈਰਾਨੀ ਵਾਲੀਆਂ ਗੱਲਾਂ ਵੀ ਆਉਂਦੀਆਂ ਨੇ ਹਨਾ, ਔਰ ਕਈ ਹੁੰਦੀਆਂ ਨੇ ਕਿ ਜ਼ਿਆਦਾ ਖੁਸ਼ੀ ਵਾਲੀ ਗੱਲ ਹੋ ਗਈ, ਜਾਂ ਫਿਰ ਕੀ ਹੁੰਦਾ ਕੋਈ ਡਰਾਵਨੀ ਗੱਲ ਹੋ ਗਈ। ਤੇ ਸਾਨੂੰ ਉਸੇ ਤਰੀਕੇ ਨਾਲ ਕੀ ਆ, ਜਿਹੜਾ ਆਪਣਾ ਜਿਹੜਾ ਆਵਾਜ਼ ਦਾ ਬਦਲਾਵ ਹੈ, ਜਿਹੜਾ ਆਵਾਜ਼ ਵਿੱਚ ਚੇਂਜ ਆ ਉਹ ਕਰ ਲੈਣਾ ਚਾਹੀਦਾ ਗਾ। ਅੱਗੇ ਕੀ ਹੋ ਸਕਦਾ ਗਾ ਕਿ ਕਹਾਣੀ ਹਮੇਸ਼ਾ ਇਹੋ ਜਿਹੀ ਹੋਣੀ ਚਾਹੀਦੀ ਹੈ ਜੋ ਸਾਨੂੰ ਕੋਈ ਸਿੱਖਿਆ ਦੇਵੇ, ਜਿਹੜੀ ਵੀ ਕੋਈ ਸਾਨੂੰ ਸੰਦੇਸ਼ ਦੇਵੇ ਕਿਸੇ ਵੀ ਤਰੀਕੇ ਦਾ, ਸਿੱਖਿਆ ਦੇਣ ਵਾਲੀ ਕਹਾਣੀ। ਕਹਾਣੀ ਹਮੇਸ਼ਾ ਕਿਹੜੀ ਹੋਣੀ ਚਾਹੀਦੀ ਹੈ? ਸਿੱਖਿਆ ਦੇਣ ਵਾਲੀ ਹੋਣੀ ਚਾਹੀਦੀ ਹੈ। ਸਾਨੂੰ ਕਿਸੇ ਨਾ ਕਿਸੇ ਤਰੀਕੇ ਦਾ ਉਹ ਸੰਦੇਸ਼ ਦੇਣ ਵਾਲੀ ਹੋਵੇ, ਸੰਦੇਸ਼ ਦੇਣ ਵਾਲੀ। ਹੁਣ ਅਸੀਂ ਕਲਾਸ 'ਚ ਬੱਚਿਆਂ ਨੂੰ ਕਹਾਣੀ ਸੁਣਾ ਰਹੇ ਹਾਂ, ਸਾਡਾ ਮੋਟਿਵ ਕੀ ਆ ਉੱਥੇ? ਉਹ ਇੱਕ ਐਕਸਟਰਾ ਕਰਿਕੂਲਰ ਐਕਟੀਵਿਟੀ ਆ, ਉਹ ਇੱਕ ਲੈਂਗੁਏਜ ਦੀ ਐਕਟੀਵਿਟੀ ਆ, ਲੈਂਗੁਏਜ ਤੇ ਪਕੜ ਬਣਾਉਣ ਵਾਸਤੇ, ਜਿਹਦੇ ਵਿੱਚ ਕੀ ਆ ਭਾਸ਼ਾ ਦਾ ਜਿਹੜਾ ਮੌਲਿਕ ਰੂਪ ਹੈ ਜਾਂ ਭਾਸ਼ਾ ਦਾ ਲਿਖਤ ਰੂਪ ਆ ਉੱਥੇ ਸਾਨੂੰ ਹੈਲਪ ਮਿਲਦੀ ਉਹ ਸੁਧਾਰਨ ਵਿੱਚ। ਹੁਣ ਸਾਨੂੰ ਨਾਲ ਦੀ ਨਾਲ ਇਹ ਵੀ ਦੇਖਣਾ ਚਾਹੀਦਾ ਕਿ ਜੋ ਕਹਾਣੀ ਅਸੀਂ ਬੱਚਿਆਂ ਨੂੰ ਸੁਣਾ ਰਹੇ ਹਾਂ ਉਹਦਾ ਕੀ ਮਤਲਬ ਹੈ, ਬੱਚਿਆਂ ਵਿੱਚ ਅੱਗੇ ਕੀ ਸੰਦੇਸ਼ ਜਾਊਗਾ। ਕਿਉਂਕਿ ਬੱਚੇ ਜਿਹੋ ਜਿਹੀਆਂ ਗੱਲਾਂ ਸੁਣਦੇ ਨੇ ਉਹੀ ਜਾ ਕੇ ਉਹਨਾਂ ਤੇ ਅਮਲ ਕਰਨਾ ਸ਼ੁਰੂ ਕਰ ਦਿੰਦੇ ਨੇ। ਇਸ ਕਰਕੇ ਸਾਨੂੰ ਬੱਚਿਆਂ ਨੂੰ ਹਮੇਸ਼ਾ ਇਹੋ ਜਿਹੀ ਜਿਹੜੀ ਕਹਾਣੀ ਆ ਉਹ ਬੱਚਿਆਂ ਅੱਗੇ ਪ੍ਰਸਤੁਤ ਕਰਨੀ ਚਾਹੀਦੀ ਆ, ਜਿਹਦੇ ਨਾਲ ਕਿ ਸਾਨੂੰ ਲੱਗੇ ਕਿ ਅਸੀਂ ਬੱਚਿਆਂ ਨੂੰ ਕੋਈ ਚੰਗੀ ਸਿੱਖਿਆ ਦੇ ਰਹੇ ਹਾਂ, ਕੋਈ ਬੱਚਿਆਂ ਤੱਕ ਜਿਹੜਾ ਸੰਦੇਸ਼ ਆ ਉਹ ਵਧੀਆ ਸੰਦੇਸ਼ ਪਹੁੰਚਾ ਰਹੇ ਆ। ਤਾਂ ਕਹਾਣੀ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਧਿਆਨ ਰੱਖਣੀਆਂ ਜ਼ਰੂਰੀ ਨੇ, ਕਹਾਣੀ ਲਿਖਦੇ ਸਮੇਂ ਵੀ ਔਰ ਕਹਾਣੀ ਜਿਹੜੀ ਸੁਣਾਉਂਦੇ ਸਮੇਂ ਵੀ, ਤਾਂ ਕਿ ਸਾਡਾ ਲਿਖਿਆ ਹੋਇਆ ਜਾਂ ਸੁਣਾਇਆ ਹੋਇਆ ਬੇਅਰਥ ਨਾ ਜਾਵੇ। ਤੇ ਚੰਗੇ ਅਧਿਆਪਕ ਨੂੰ ਜਿਹੜੀ ਕਹਾਣੀ ਦੀ ਕਲਾ ਉਹ ਜ਼ਰੂਰ ਆਉਣੀ ਚਾਹੀਦੀ ਹੈ, ਕਿਉਂਕਿ ਇੱਕ ਰੁਚੀਪੂਰਨ ਤਰੀਕੇ ਨਾਲ ਅਸੀਂ ਭਾਸ਼ਾ ਨੂੰ ਸਿਖਾਉਣ ਵਾਸਤੇ ਕਹਾਣੀ ਦਾ ਜਿਹੜਾ ਪ੍ਰਯੋਗ ਆ ਉਹ ਕਰ ਸਕਦੇ ਹਾਂ। ਰਾਏਬਰਨ ਜੋ ਸਾਡੇ ਇੱਕ ਵਿਦਵਾਨ ਰਹੇ ਆ, ਰਾਏਬਰਨ ਦਾ ਕੀ ਕਹਿਣਾ? ਰਾਏਬਰਨ ਅਨੁਸਾਰ ਹਰੇਕ ਅਧਿਆਪਕ ਨੂੰ ਯਤਨ ਕਰਨਾ ਚਾਹੀਦਾ ਕਿ ਉਹ ਇੱਕ ਚੰਗਾ ਕਹਾਣੀ ਸੁਣਾਉਣ ਵਾਲਾ ਬਣੇ। ਤੇ ਇਸ ਕਰਕੇ ਜਦੋਂ ਇੱਕ ਚੰਗੇ ਤਰੀਕੇ ਨਾਲ ਕਹਾਣੀ ਸੁਣਾਉਣੀ ਸਿੱਖ ਜਾਂਦੇ ਹਾਂ ਅਸੀਂ, ਜਾਂ ਅਧਿਆਪਕ ਸਿੱਖ ਜਾਂਦੇ ਆ, ਤਾਂ ਉਹ ਬੱਚੇ ਨੂੰ ਕੋਈ ਵੀ ਚੀਜ਼ ਜਿਹੜੀ ਸਿਖਾਉਣੀ ਉਹਦੇ ਲਈ ਔਖੀ ਨਹੀਂ ਹੁੰਦੀ। ਉਹ ਕੋਈ ਵੀ ਵਿਸ਼ਾ ਜਿਹੜਾ ਉਹ ਕਹਾਣੀਆਂ ਦੇ ਰਾਹੀਂ ਉਹਨਾਂ ਨੂੰ ਸਿਖਾ ਸਕਦਾ ਹੈ, ਕਿਉਂਕਿ ਬੱਚਿਆਂ ਵਿੱਚ ਜਿਹੜੀ ਕਹਾਣੀ ਸੁਣਨ ਦੀ ਪ੍ਰਵਿਰਤੀ ਉਹ ਜਮਾਂਦਰੂ ਹੁੰਦੀ ਹੈ। ਛੋਟੀ ਉਮਰ ਵਿੱਚ ਹੀ ਬੱਚੇ ਕੀ ਆ, ਕਹਾਣੀਆਂ ਸੁਣਨਾ ਪਸੰਦ ਕਰਦੇ ਨੇ, ਉਹਨਾਂ ਦਾ ਨਾ ਮਨ ਲੱਗਿਆ ਰਹਿੰਦਾ ਗਾ ਕਹਾਣੀਆਂ ਸੁਣਦਾ। ਆਮ ਤੌਰ ਤੇ ਘਰਾਂ ਵਿੱਚ ਕੀ ਆ ਨਾ, ਬੱਚਿਆਂ ਦੀ ਜਿਵੇਂ ਦਾਦੀ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਜਿਹੜਾ ਕੰਮ ਦਾਦੀ ਮਾਂ ਕਰਦੇ ਹੁੰਦੇ ਨੇ ਕਿ ਆਪਣੇ ਬੱਚਿਆਂ ਨੂੰ ਜਿਹੜੀ ਕਹਾਣੀ ਸੁਣਾਉਂਦੇ ਰਹਿੰਦੇ ਨੇ, ਕਿਉਂਕਿ ਉਹਨਾਂ ਦਾ ਜਿਹੜਾ ਕਹਾਣੀ ਸੁਣਾਉਣ ਦਾ ਮਤਲਬ ਹੁੰਦਾ ਸਿਰਫ ਇੱਕ ਉੱਥੇ ਮਨੋਰੰਜਨ ਨਹੀਂ ਹੋ ਰਿਹਾ ਹੁੰਦਾ ਗਾ, ਉੱਥੇ ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਹੁੰਦੀਆਂ ਨੇ ਸਾਨੂੰ ਚੰਗੀ ਸਿੱਖਿਆ ਦੇ ਰਹੀਆਂ ਹੁੰਦੀਆਂ ਨੇ। ਇਸ ਕਰਕੇ ਹੁਣ ਛੋਟੇ ਬੱਚੇ ਨੂੰ ਅਗਰ ਆਪਾਂ ਕੁਛ ਝਿੜਕ ਕੇ ਆਪਾਂ ਕੋਈ ਚੰਗੀ ਚੀਜ਼ ਸਿਖਾਉਣਾ ਚਾਹੀਏ ਤਾਂ ਸ਼ਾਇਦ ਬੱਚਾ ਉੱਥੇ ਨਾ ਸਿੱਖੂਗਾ, ਕਿਉਂਕਿ ਬੱਚੇ ਨੂੰ ਜਿਹੜੇ ਪਾਸੇ ਆਪਾਂ ਮੋੜਨ ਦੀ ਕੋਸ਼ਿਸ਼ ਕਰਦੇ ਹਾਂ ਨਾ ਉਸ ਪਾਸੇ ਉਹ ਜ਼ਿਆਦਾ ਜਾਂਦਾ। ਛੋਟੇ ਬੱਚਿਆਂ 'ਚ ਪ੍ਰਵਿਰਤੀ ਹੁਣ ਦੇਖੀ ਜਾਂਦੀ ਆ।
ਤੇ ਉਹਦਾ ਜਿਹੜਾ ਸਭ ਤੋਂ ਵਧੀਆ ਤਰੀਕਾ ਹੁੰਦਾ ਫਿਰ ਉਹ ਕਹਾਣੀ ਹੋ ਜਾਂਦੀ ਹੈ। ਘਰ ਦੇ ਵੱਡੇ ਉਹਨੂੰ ਕਹਾਣੀਆਂ ਦੇ ਰਾਹੀਂ ਸਮਝਾਉਂਦੇ ਨੇ ਔਰ ਉਹ ਬੱਚੇ ਦੇ ਮਨ ਵਿੱਚ ਬੜੀ ਛੇਤੀ ਜਿਹੜੀਆਂ ਚੀਜ਼ਾਂ ਨੇ ਘਰ ਕਰਦੀਆਂ ਨੇ। ਉਹ ਕਹਾਣੀ ਦੇ ਥਰੂ ਬੱਚੇ ਨੂੰ ਬਹੁਤ ਸਾਰੀਆਂ ਜਿਹੜੀਆਂ ਚੰਗੀਆਂ ਆਦਤਾਂ ਆਪਾਂ ਕਹਿ ਸਕਦੇ ਹਾਂ ਕਿ ਸਿਖਾ ਸਕਦੇ ਹਾਂ। ਤਾਂ ਇਸ ਕਰਕੇ ਕਲਾਸ ਵਿੱਚ ਅਧਿਆਪਕ ਨੂੰ ਵੀ ਚਾਹੀਦਾ ਕਿ ਐਸੇ ਤਰੀਕੇ ਦੀਆਂ ਘਟਨਾਵਾਂ ਦਾ ਜ਼ਿਕਰ ਕਹਾਣੀਆਂ ਦੇ ਰਾਹੀਂ ਕਰਕੇ ਉਹ ਬਹੁਤ ਹੀ ਚੰਗੇ ਤਰੀਕੇ ਨਾਲ ਜਿਹੜੇ ਬੱਚਿਆਂ ਨੂੰ ਇੱਕ ਭਾਸ਼ਾ ਦਾ ਜਿਹੜਾ ਗਿਆਨ ਆ ਉਹ ਦੇ ਸਕਦੇ ਆ। ਇੱਕ ਜਿਹੜੀ ਪੰਜਾਬੀ ਸਾਹਿਤ ਦੀ ਜਿਹੜੀ ਜਾਣਕਾਰੀ ਆ ਉਹ ਬੱਚਿਆਂ ਨੂੰ ਦੇ ਸਕਦੇ ਆ। ਬੱਚੇ ਬੜੀ ਜਲਦੀ ਤੇ ਸੌਖੇ ਤਰੀਕੇ ਨਾਲ ਜਿਹੜਾ ਉਹ ਸਿੱਖਣ ਦੀ ਜਿਹੜੀ ਕੋਸ਼ਿਸ਼ ਨੇ ਉਹ ਕਰਦੇ ਨੇ। ਇਸ ਪ੍ਰਕਾਰ ਕਹਾਣੀ ਜਾਂ ਫਿਰ ਜਿਹੜੀ ਆਪਾਂ ਹੋਰ ਵੀ ਐਕਟੀਵਿਟੀਜ਼ ਕੀਤੀਆਂ ਸੀ, ਵਾਦ ਵਿਵਾਦ ਪ੍ਰਤੀਯੋਗਿਤਾ ਕੀਤੀ ਸੀ, ਕਵਿਤਾ ਪਾਠ ਉਚਾਰਨ ਕੀਤਾ ਸੀਗਾ ਤੇ ਕਵੀ ਦਰਬਾਰ ਤੇ ਕਵੀ ਸੰਮੇਲਨ ਪੜ੍ਹਿਆ ਸੀਗਾ। ਤੇ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹ ਭਾਸ਼ਾ ਸਿੱਖਣ ਵਿੱਚ ਬਹੁਤ ਹੀ ਜ਼ਿਆਦਾ ਕਹਿ ਦਈਏ ਆਪਾਂ ਹੈਲਪਫੁਲ ਹੁੰਦੀਆਂ ਨੇ, ਆਪਣਾ ਯੋਗਦਾਨ ਪਾਉਂਦੇ ਨੇ। ਹੁਣ ਆਪਾਂ ਗੱਲ ਕਰਦੇ ਕਿ ਇਹਨਾਂ ਭਾਸ਼ਾਵਾਂ ਕਿਰਿਆਵਾਂ ਨੂੰ ਜਦੋਂ ਆਪਾਂ ਸੰਗਠਿਤ ਕਰਨਾ, ਜਦੋਂ ਇਹਨਾਂ ਦਾ ਸੰਗਠਨ ਕਰਨਾ, ਇਹਨਾਂ ਨੂੰ ਸਕੂਲ ਵਿੱਚ ਕਰਵਾਉਣਾ, ਤਾਂ ਸਾਨੂੰ ਕਿਹੜੀਆਂ ਗੱਲਾਂ ਜਿਹੜੀਆਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਸੰਗਠਨ ਲਈ, ਲੈਂਗੁਏਜ ਐਕਟੀਵਿਟੀ ਦੇ ਸੰਗਠਨ ਲਈ। ਸੰਗਠਨ ਲਈ ਮਹੱਤਵਪੂਰਨ ਗੱਲਾਂ ਕੀ ਇਹਦੇ ਵਿੱਚ ਮਹੱਤਵਪੂਰਨ ਗੱਲਾਂ ਹੋ ਸਕਦੀਆਂ ਨੇ ਜਿਹੜੀਆਂ ਸਾਨੂੰ ਸੰਗਠਨ ਲਈ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲਾਂ ਗੱਲ ਹੈ ਅਨੁਭਵੀ ਤੇ ਪ੍ਰਤਿਭਾਸ਼ਾਲੀ ਜਿਹੜਾ ਟੀਚਰ ਹੈ, ਅਧਿਆਪਕ ਨੂੰ ਇਹਦੇ ਬਾਰੇ ਸੰਪੂਰਨ ਜਾਣਕਾਰੀ ਹੋਣੀ ਚਾਹੀਦੀ ਹੈ। ਅਗਰ ਉਹ ਵਾਦ ਵਿਵਾਦ ਕਰਵਾ ਰਿਹਾ, ਚਾਹੇ ਉਹ ਕਵਿਤਾ ਪਾਠ ਕਰਵਾ ਰਿਹਾ, ਚਾਹੇ ਉਹ ਕਹਾਣੀ ਸੁਣਾ ਰਿਹਾ, ਇਹਦੇ ਵਿੱਚ ਕੀ ਹੋਣਾ ਚਾਹੀਦਾ? ਇੱਕ ਅਨੁਭਵੀ ਤੇ ਪ੍ਰਤਿਭਾਸ਼ਾਲੀ ਅਧਿਆਪਕ ਦੀ ਜ਼ਰੂਰਤ ਹੁੰਦੀ ਹੈ। ਅਧਿਆਪਕ ਨੂੰ ਇਹਨਾਂ ਚੀਜ਼ਾਂ ਦੀ ਪਹਿਲਾਂ ਖੁਦ ਨੂੰ ਨੌਲੇਜ ਹੋਣੀ ਜ਼ਰੂਰੀ ਹੈ, ਕਿਉਂਕਿ ਜਿੰਨਾ ਚਿਰ ਅਧਿਆਪਕ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਤਾਂ ਇਸ ਚੀਜ਼ਾਂ ਦੀ ਜਿਹੜੀਆਂ ਐਕਟੀਵਿਟੀਜ਼ ਨੇ, ਜਿਹੜੀਆਂ ਕਿਰਿਆਵਾਂ ਨੇ, ਉਹਨਾਂ ਦਾ ਕਰਵਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸ ਕਰਕੇ ਟੀਚਰ ਇਹੋ ਜਿਹਾ ਹੋਣਾ ਚਾਹੀਦਾ, ਉੱਥੇ ਅਧਿਆਪਕ ਇਹੋ ਜਿਹਾ ਹੋਣਾ ਚਾਹੀਦਾ ਜਿਹਨੂੰ ਕਿ ਇਹਨਾਂ ਭਾਸ਼ਾਵਾਂ ਕਿਰਿਆਵਾਂ ਨੇ ਜਿਹੜੀ ਉਹਨਾਂ ਦੀ ਸੰਪੂਰਨ ਜਾਣਕਾਰੀ ਹੋਵੇ, ਤਾਂ ਜੋ ਉਹ ਆਪਣੇ ਵਿਦਿਆਰਥੀਆਂ ਨੂੰ ਵਧੀਆ ਤਰੀਕੇ ਨਾਲ ਜਿਹੜੀਆਂ ਇਹ ਐਕਟੀਵਿਟੀਜ਼ ਨੇ ਉਹ ਕੰਡਕਟ ਕਰਵਾ ਸਕੇ। ਅੱਗੇ ਆਪਾਂ ਗੱਲ ਕਰਦੇ ਹਾਂ ਹਰ ਇੱਕ ਵਿਦਿਆਰਥੀ ਨੂੰ ਇਹਦੇ ਪਾਰਟਿਸਿਪੇਟ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਗਾ। ਹਰ ਇੱਕ ਵਿਦਿਆਰਥੀ ਨੂੰ ਕੀ ਕਰਨਾ ਚਾਹੀਦਾ? ਉੱਥੇ ਹਰ ਇੱਕ ਵਿਦਿਆਰਥੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਗਾ। ਇਹਨਾਂ ਕਿਰਿਆਵਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਗਾ। ਲਈ ਉਤਸ਼ਾਹਿਤ, ਤਾਂ ਜੋ ਹਰ ਇੱਕ ਵਿਦਿਆਰਥੀ ਦੀ ਜਿਹੜੀ ਉਹ ਝਿਜਕ ਦੂਰ ਹੋਵੇ ਔਰ ਹਰ ਇੱਕ ਵਿਦਿਆਰਥੀ ਜਿਹੜਾ ਇੱਕ ਚੰਗੇ ਤਰੀਕੇ ਨਾਲ ਜਿਹੜੀ ਭਾਸ਼ਾ ਸਿੱਖ ਸਕੇ, ਭਾਸ਼ਾ ਉੱਪਰ ਜਿਹੜਾ ਆਪਣਾ ਅਧਿਕਾਰ ਆ ਉਹ ਪੂਰਾ ਕਰ ਸਕੇ, ਭਾਸ਼ਾ ਦੀ ਮੌਲਿਕ ਰੂਪ ਵਿੱਚ ਵੀ ਸ਼ੁੱਧਤਾ ਨੂੰ ਜਾਣ ਸਕੇ ਔਰ ਲਿਖਤ ਰੂਪ ਵਿੱਚ ਵੀ ਜੋ ਭਾਸ਼ਾ ਦੀ ਸ਼ੁੱਧਤਾ ਹੈ ਉਹਨੂੰ ਜਾਣ ਸਕੇ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਉਹੀ ਕਿਰਿਆਵਾਂ ਜਿਹੜੀਆਂ ਕਰਵਾਈਆਂ ਜਾਣ ਜਿਨ੍ਹਾਂ ਦਾ ਭਾਸ਼ਾ ਵਿੱਚ ਕੋਈ ਮਹੱਤਵ ਹੋਵੇ। ਭਾਸ਼ਾ ਵਿੱਚ ਮਹੱਤਵ, ਇਹ ਗੱਲ ਖਾਸ ਧਿਆਨ ਵਿੱਚ ਰੱਖਣੀ ਜ਼ਰੂਰੀ ਹੈ ਕਿ ਅਸੀਂ ਐਕਟੀਵਿਟੀਜ਼ ਕਰਵਾ ਰਹੇ ਹਾਂ, ਉਹ ਕਰਵਾ ਰਹੇ ਆਪਾਂ ਲੈਂਗੁਏਜ ਦੇ ਰਿਗਾਰਡਿੰਗ, ਭਾਸ਼ਾ ਸਿਖਾਉਣ ਦੇ ਰਿਗਾਰਡਿੰਗ, ਪਰ ਜਦੋਂ ਆਪਾਂ ਉਹ ਐਕਟੀਵਿਟੀ ਕਰਵਾ ਰਹੇ ਉਹਦੇ ਵਿੱਚ ਜਿਹੜਾ ਭਾਸ਼ਾ ਦਾ ਕੋਈ ਰੋਲ ਹੀ ਨਹੀਂ ਹੈ। ਤਾਂ ਇਸ ਲਈ ਜਦੋਂ ਵੀ ਅਸੀਂ ਕੋਈ ਭਾਸ਼ਾ ਸੰਬੰਧੀ ਕਿਰਿਆਵਾਂ ਕਰਵਾਉਣੀਆਂ ਨੇ ਤਾਂ ਉਦੋਂ ਕੀ ਕਰਨਾ ਚਾਹੀਦਾ? ਸਾਨੂੰ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ ਗਾ ਕਿ ਜੋ ਵੀ ਐਕਟੀਵਿਟੀ ਅਸੀਂ ਕਰਵਾ ਰਹੇ ਹਾਂ ਉਹਦਾ ਭਾਸ਼ਾ ਸਿੱਖਣ ਵਿੱਚ ਲੋੜੀਂਦਾ ਜਿਹੜਾ ਮਹੱਤਵ ਹੋਣਾ ਚਾਹੀਦਾ, ਜਿਹੜਾ ਜ਼ਰੂਰੀ ਆ ਉਹ ਯੋਗਦਾਨ ਹੋਣਾ ਚਾਹੀਦਾ। ਅੱਗੇ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਸਕੂਲ ਕੈਂਪਸ ਵਿੱਚ ਹੀ ਕੀਤੀਆਂ ਜਾਣ, ਜਿਹੜੀਆਂ ਕਿਰਿਆਵਾਂ ਨੇ ਉਹ ਸਕੂਲ ਕੈਂਪਸ ਵਿੱਚ ਹੀ ਕੀਤੀਆਂ ਜਾਣੀਆਂ ਚਾਹੀਦੀਆਂ ਨੇ।
ਹੁਣ ਉਹ ਜਿਹੜੇ ਸਕੂਲ ਦੇ ਵਿਦਿਆਰਥੀ ਨੇ ਉਹ ਸਕੂਲ ਵਿੱਚ ਹੋ ਸਕਦੀਆਂ ਨੇ ਜਾਂ ਫਿਰ ਇਹ ਇੰਟਰ ਸਕੂਲ ਹੋ ਸਕਦੀਆਂ ਨੇ ਕਿ ਕਿਸੇ ਦੂਸਰੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਲੈ ਕੇ ਜਾਣਾ ਚਾਹੀਦਾ ਹੈ। ਸਕੂਲ ਕੈਂਪਸ ਤੋਂ ਬਿਨਾਂ ਕਿਸੇ ਪਾਰਕ ਵਿੱਚ ਜਾਂ ਫਿਰ ਕਿਸੇ ਹੋਟਲ ਵਿੱਚ ਇਹੋ ਜਿਹੇ ਵਿੱਚ ਇਹ ਕਿਰਿਆਵਾਂ ਨਹੀਂ ਹੋ ਸਕਦੀਆਂ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਹ ਜਿਹੜੀਆਂ ਕਿਰਿਆਵਾਂ ਨੇ ਐਕਟੀਵਿਟੀਜ਼ ਨੇ ਉਹ ਸਕੂਲ ਕੈਂਪਸ ਵਿੱਚ ਵੀ ਹੋਣ। ਜੇਕਰ ਅਸੀਂ ਬੱਚਿਆਂ ਨੂੰ ਕਿਸੇ ਦੂਸਰੇ ਸਕੂਲ ਵਿੱਚ ਲੈ ਕੇ ਜਾ ਰਹੇ ਹਾਂ ਤਾਂ ਜਿਹੜੀ ਬੱਚਿਆਂ ਦੀ ਪੂਰੀ ਰਿਸਪੌਂਸਿਬਿਲਿਟੀ ਆ ਉਹ ਟੀਚਰ ਦੀ ਹੋਣੀ ਚਾਹੀਦੀ ਆ। ਉਹਨਾਂ ਦਾ ਜਿਹੜਾ ਖਰਚਾ ਉਹ ਵੀ ਜਿਹੜਾ ਸਕੂਲ ਵੱਲੋਂ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਜਾਣਾ ਚਾਹੀਦਾ ਹੈ। ਤਾਂ ਜੇ ਕੋਈ ਵੀ ਬੱਚਾ, ਵੈਸੇ ਤਾਂ ਦੇਖੋ ਛੋਟੇ ਮੋਟੇ ਜਿਹੜੇ ਖਰਚੇ ਨੇ ਉਹ ਬੱਚੇ ਅਫੋਰਡ ਕਰ ਲੈਂਦੇ ਨੇ, ਲੇਕਿਨ ਕਈ ਵਾਰ ਫਿਰ ਵੀ ਹੁੰਦਾ ਕਿ ਕਈ ਬੱਚੇ ਇੱਕ ਪੈਸੇ ਦੀ ਘਾਟ ਦੇ ਕਾਰਨ ਜਿਹੜੇ ਇਹੋ ਜਿਹੀ ਐਕਟੀਵਿਟੀ 'ਚ ਫਿਰ ਪਾਰਟਿਸਿਪੇਟ ਨਹੀਂ ਕਰ ਸਕਦੇ। ਤਾਂ ਇਸ ਕਰਕੇ ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲੀ ਜਿਹੜਾ ਕੋਈ ਵੀ ਉਹਨਾਂ ਦਾ ਪੈਸਾ ਸੰਬੰਧੀ ਖਰਚਾ ਹੈਗਾ ਤਾਂ ਉਹ ਕੀ ਆ ਉਹ ਸਕੂਲ ਵੱਲੋਂ ਕੀਤਾ ਜਾਣਾ ਚਾਹੀਦਾ। ਔਰ ਅਗਰ ਬੱਚੇ ਕਿਸੇ ਹੋਰ ਸਕੂਲ ਵਿੱਚ ਜਾ ਰਹੇ ਆ ਇਸ ਐਕਟੀਵਿਟੀਜ਼ ਲਈ ਤਾਂ ਕੀ ਆ ਇੱਕ ਜਿਹੜਾ ਅਧਿਆਪਕ ਉਹਨਾਂ ਦੇ ਨਾਲ ਜਾਣਾ ਜ਼ਰੂਰੀ ਹੁੰਦਾ ਗਾ। ਅਧਿਆਪਕ ਦਾ ਨਾਲ ਜਾਣਾ ਉੱਥੇ ਬਣਦਾ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਜਿਹੜੀ ਕੋਈ ਪ੍ਰੋਬਲਮ ਹੈ ਉਹ ਨਾ ਆਏ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵੀ ਇਹਦੀ ਡਿਟੇਲ ਬਣਾਈ ਜਾਵੇ। ਜਦੋਂ ਵੀ ਆਪਣਾ ਸੈਸ਼ਨ ਸ਼ੁਰੂ ਹੁੰਦਾ ਗਾ ਤਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੀਆਂ ਇਹ ਐਕਟੀਵਿਟੀਜ਼ ਨੇ ਜਿਹੜੀਆਂ ਕਿਰਿਆਵਾਂ ਨੇ ਇਹ ਕਿਰਿਆਵਾਂ ਦੀ ਜਿਹੜੀ ਲਿਸਟ ਆ ਉਹ ਬਣਾ ਲੈਤੀ ਜਾਵੇ ਕਿ ਕਿਹੜੀਆਂ ਜਿਹੜੀਆਂ ਕਿਰਿਆਵਾਂ ਨੇ ਉਹ ਆਪਾਂ ਪੂਰੇ ਸਾਲ ਦੇ ਦੌਰਾਨ ਕਰਵਾਉਣੀਆਂ ਨੇ। ਤਾਂ ਜਿਹੜੇ ਆਪਾਂ ਐਕਟੀਵਿਟੀਜ਼ ਜਿਹੜੀਆਂ ਕਿਰਿਆਵਾਂ ਕਰਵਾਉਣੀਆਂ ਨੇ ਤਾਂ ਉਹਨਾਂ ਦੀ ਇੱਕ ਜਿਹੜੀ ਆਪਾਂ ਡੇਟ ਆ ਉਹ ਵੀ ਮਿੱਥ ਲੈਣੀ ਚਾਹੀਦੀ ਹੈ। ਜਿਹੜੀ ਉਹਦੀ ਮਿਤੀ ਆ ਇੱਕ ਜਿਹੜੀ ਸੰਭਾਵਿਤ ਮਿਤੀ ਆ ਉਹ ਵੀ ਸਾਨੂੰ ਲਿਖ ਲੈਣੀ ਚਾਹੀਦੀ ਹੈ ਕਿ ਅਸੀਂ ਕਿਹੜੇ ਮਹੀਨੇ ਵਿੱਚ ਕਿਹੜੀ ਐਕਟੀਵਿਟੀ ਕਰਵਾਵਾਂਗੇ ਔਰ ਕਿਸ ਡੇਟ ਤੱਕ ਅਸੀਂ ਜਿਹੜੀ ਐਕਟੀਵਿਟੀਜ਼ ਆ ਉਹ ਕਰਵਾਉਣ ਦਾ ਜਿਹੜਾ ਅਨੁਮਾਨ ਹੈ ਉਹ ਲਿਖ ਸਕਦੇ ਹਾਂ। ਤਾਂ ਇਸ ਕਰਕੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੇ ਸਕੂਲ ਦੁਆਰਾ ਇਹ ਐਕਟੀਵਿਟੀਜ਼ ਦੀ ਜਿਹੜੀ ਇੱਕ ਲਿਸਟ ਬਣਾ ਲੈਣੀ ਚਾਹੀਦੀ ਹੈ। ਤੇ ਇਹਦੇ ਵਿੱਚ ਹੋਰ ਕੀ ਹੋਣਾ ਚਾਹੀਦਾ ਕਿ ਸਿਰਫ ਸਕੂਲ ਦੇ ਵਿਦਿਆਰਥੀ ਹੀ ਭਾਗ ਲੈਣੇ ਚਾਹੀਦੇ ਨੇ। ਸਿਰਫ ਸਕੂਲ ਦੇ ਵਿਦਿਆਰਥੀਆਂ ਨੂੰ ਹੀ ਜਿਹੜਾ ਭਾਗ ਹੈ ਉਹ ਦਿਵਾਉਣਾ ਚਾਹੀਦਾ ਹੈ। ਬਾਹਰ ਤੋਂ ਕੋਈ ਵਿਦਿਆਰਥੀ ਇਹਦੇ ਵਿੱਚ ਪਾਰਟਿਸਿਪੇਟ ਨਾ ਕਰੇ ਕਿਉਂਕਿ ਇਹ ਸਿਰਫ ਕੀ ਆ ਇੱਕ ਸਕੂਲੀ ਬੱਚਿਆਂ ਲਈ ਹੈ ਔਰ ਸਕੂਲ ਦੇ ਜਿਹੜੇ ਲੈਵਲ ਤੇ ਹੁੰਦੀਆਂ ਨੇ ਸਕੂਲ ਲੈਵਲ ਤੇ ਕਰਵਾਈਆਂ ਜਾਂਦੀਆਂ ਨੇ। ਤੇ ਇਸ ਕਰਕੇ ਜਿਹੜਾ ਉੱਥੇ ਸਿਰਫ ਔਰ ਸਿਰਫ ਸਕੂਲੀ ਜਿਹੜੇ ਬੱਚੇ ਨੇ ਸਿਰਫ ਸਕੂਲ ਦੇ ਬੱਚੇ ਹੀ ਇੱਥੇ ਭਾਗ ਲੈ ਸਕਣ ਔਰ ਇਹਦਾ ਪੂਰਾ ਜਿਹੜਾ ਰਿਕਾਰਡ ਹੈ ਉਹ ਰੱਖਿਆ ਜਾਵੇ। ਇਹਨਾਂ ਕਿਰਿਆਵਾਂ ਦਾ ਜਿਹੜਾ ਪੂਰਾ ਰਿਕਾਰਡ ਹੈ ਉਹ ਸਾਂਭ ਕੇ ਰੱਖਿਆ ਜਾਣਾ ਚਾਹੀਦਾ ਹੈ। ਤੇ ਜਿਹੜੇ ਬੱਚੇ ਆਪਾਂ ਕਹਿ ਲਈਏ ਕਿ ਫਸਟ ਸੈਕਿੰਡ ਆਉਂਦੇ ਨੇ ਉਹਦੇ ਲਈ ਜਿਹੜੇ ਬਕਾਇਦਾ ਸਰਟੀਫਿਕੇਟ ਵਗੈਰਾ ਜਾਂ ਕੋਈ ਮੈਡਲ ਵਗੈਰਾ ਉਸ ਬੱਚੇ ਨੂੰ ਉਹ ਪ੍ਰੋਵਾਈਡ ਕੀਤਾ ਜਾਣਾ ਚਾਹੀਦਾ ਹੈ। ਤਾਂ ਇਸ ਕਿਰਿਆਵਾਂ ਕਰਵਾਉਣ ਲਈ ਜਿਹੜੇ ਸਕੂਲ ਵਿੱਚ ਵੱਖ-ਵੱਖ ਜਿਹੜੇ ਸਾਧਨ ਬਣਾ ਲੈਣੇ ਚਾਹੀਦੇ ਨੇ ਤਾਂ ਕਿ ਵੱਖ-ਵੱਖ ਜਿਹੜੇ ਬੱਚਿਆਂ ਦੇ ਗਰੁੱਪ ਬਣਾ ਕੇ ਉਹਨਾਂ ਦੀਆਂ ਇਹ ਕਿਰਿਆਵਾਂ ਕਰਵਾਈਆਂ ਜਾਣ ਔਰ ਜਿਹੜੇ ਬੱਚੇ ਕਿਸੇ ਪੋਜੀਸ਼ਨ ਤੇ ਆਉਂਦੇ ਨੇ ਉਹਨਾਂ ਨੂੰ ਅਸੀਂ ਸਰਟੀਫਿਕੇਟ ਜਾਂ ਫਿਰ ਕੋਈ ਰਿਵਾਰਡ ਦੇ ਸਕੀਏ। ਤਾਂ ਸਕੂਲ ਟਾਈਮ ਟੇਬਲ ਲਈ ਇਹਨਾਂ ਕਿਰਿਆਵਾਂ ਨੂੰ ਇੱਕ ਵੱਖ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਸਮੇਂ-ਸਮੇਂ ਸਿਰ ਇਹਨਾਂ ਜਿਹੜੀਆਂ ਇਹ ਕਿਰਿਆਵਾਂ ਨੇ ਉਹਨਾਂ ਦੀ ਪ੍ਰੈਕਟਿਸ ਵੀ ਕਰਵਾਈ ਜਾਵੇ ਉਹਨਾਂ ਨੂੰ ਕਰਵਾਉਣ ਤੋਂ ਪਹਿਲਾਂ ਤਾਂ ਕਿ ਬੱਚੇ ਇਸ ਬਾਰੇ ਪ੍ਰੈਕਟਿਸ ਕਰ ਸਕਣ ਤੇ ਇਸ ਬਾਰੇ ਪੂਰੀ ਜਾਣਕਾਰੀ ਹਾਸਿਲ ਕਰ ਸਕਣ ਕਿ ਅਸੀਂ ਕੀ ਕਰਨਾਗਾ ਔਰ ਕਿਵੇਂ ਕਰਨਾਗਾ ਔਰ ਕਦੋਂ ਕਰਨਾਗਾ ਅਸੀਂ। ਤਾਂ ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਧਿਆਨ ਰੱਖਣ ਯੋਗ ਨੇ ਕਿਸੇ ਵੀ ਕਿਰਿਆ ਨੂੰ ਕਰਨ ਲਈ, ਕਿਸੇ ਵੀ ਕਿਰਿਆ ਨੂੰ ਭਾਸ਼ਾ ਸਿੱਖਣ ਲਈ ਕਰਵਾਉਣ ਵਾਸਤੇ। ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਇਹ ਲੈਂਗੁਏਜਸ ਐਕਟੀਵਿਟੀਆਂ ਨੇ ਇਹ ਬਹੁਤ ਹੀ ਜ਼ਿਆਦਾ ਜਿਹੜਾ ਯੋਗਦਾਨ ਪਾਉਂਦੀਆਂ ਨੇ ਭਾਸ਼ਾ ਨੂੰ ਸਿੱਖਣ ਲਈ। ਇਸ ਕਰਕੇ ਪੰਜਾਬੀ ਅਧਿਆਪਕ ਨੂੰ ਚਾਹੀਦਾ ਕਿ ਉਹ ਸਮੇਂ-ਸਮੇਂ ਸਿਰ ਵੱਖ-ਵੱਖ ਜਿਹੜੀਆਂ ਐਕਟੀਵਿਟੀਜ਼ ਨੇ ਉਹ ਆਪਣੇ ਹਿਸਾਬ ਦੇ ਤੌਰ ਤੇ ਬੱਚਿਆਂ ਨੂੰ ਕਰਵਾਉਣ। ਤਾਂ ਇਹ ਜਿਹੜਾ ਅੱਜ ਦਾ ਆਪਣਾ ਟੌਪਿਕ ਸੀਗਾ, ਪਿਛਲੇ ਲੈਕਚਰ 'ਚ ਜਿਹੜਾ ਆਪਾਂ ਟੌਪਿਕ ਸਟਾਰਟ ਕੀਤਾ ਸੀ ਲੈਂਗੁਏਜ ਐਕਟੀਵਿਟੀਜ਼ ਦਾ ਕਿ ਕਿਹੜੀਆਂ ਐਕਟੀਵਿਟੀਜ਼ ਨੇ ਉਹ ਭਾਸ਼ਾ ਸਿੱਖਣ ਵਿੱਚ ਕੀ ਜਿਹੜਾ ਰੋਲ ਨੇ ਉਹ ਅਦਾ ਕਰਦੀਆਂ ਨੇ। ਤਾਂ ਆਪਣੇ ਇਹ ਚਾਰ ਜਿਹੜੀਆਂ ਐਕਟੀਵਿਟੀਜ਼ ਆਪਣੇ ਸਿਲੇਬਸ ਦੇ ਅਕੋਰਡਿੰਗ ਆਪਾਂ ਕੀਤੀਆਂ ਤੇ ਚਾਰ ਐਕਟੀਵਿਟੀਜ਼ ਦੇ ਆਪਾਂ ਅਲੱਗ-ਅਲੱਗ ਇਹਨਾਂ ਬਾਰੇ ਪੜ੍ਹਿਆ ਕਿ ਕਿਹੜੀ ਐਕਟੀਵਿਟੀਜ਼ ਕਿਵੇਂ ਆਪਣਾ ਜਿਹੜਾ ਰੋਲ ਆ ਉਹ ਭਾਸ਼ਾ ਸਿੱਖਣ ਵਿੱਚ ਅਦਾ ਕਰਦੀ ਹੈ। ਤਾਂ ਸੋ ਆਪਾਂ ਕਹਿ ਸਕਦੇ ਹਾਂ ਕਿ ਹਰ ਇੱਕ ਐਕਟੀਵਿਟੀ ਦਾ ਜਿਹੜਾ ਆਪਣੀ ਇੰਪੋਰਟੈਂਸ,
ਆਪਣੀ ਜਿਹੜੀ ਮਹੱਤਤਾ ਹੈ ਭਾਸ਼ਾ ਨੂੰ ਸਿੱਖਣ ਵਿੱਚ ਤੇ ਹਰ ਇੱਕ ਜਿਹੜੀ ਐਕਟੀਵਿਟੀ ਆ ਉਹ ਪ੍ਰੋਪਰ ਤੌਰ ਤੇ ਅਗਰ ਅਧਿਆਪਕ ਦੁਆਰਾ ਕਰਵਾਈ ਜਾਂਦੀ ਹੈ ਤਾਂ ਬੱਚੇ ਭਾਸ਼ਾ ਦਾ ਸ਼ੁੱਧ ਰੂਪ ਸੌਖੇ ਤਰੀਕੇ ਨਾਲ ਸਿੱਖ ਲੈਂਦੇ ਨੇ। ਤਾਂ ਅੱਜ ਦੇ ਲੈਕਚਰ ਵਿੱਚ ਆਪਣਾ ਇੰਨਾ ਹੀ। ਅੱਜ ਦਾ ਲੈਕਚਰ ਹੈ ਜਿਹੜਾ ਆਪਣਾ ਇੱਥੇ ਹੀ ਕੰਪਲੀਟ ਹੋ ਰਿਹਾ ਹੈਗਾ। ਨੈਕਸਟ ਲੈਕਚਰ ਵਿੱਚ ਆਪਾਂ ਕੋਈ ਆਪਣਾ ਨਵਾਂ ਜਿਹੜਾ ਟੌਪਿਕ ਉਹ ਸਟਾਰਟ ਕਰਾਂਗੇ। ਤਾਂ ਅੱਜ ਦਾ ਲੈਕਚਰ ਇੱਥੇ ਹੀ। ਧੰਨਵਾਦ। ਹੈਵ ਅ ਨਾਈਸ ਡੇ।